ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਇਦ ਤਕਰੀਬਨ ਅਸੀਂ ਸਾਰੇ ਭਲੀ ਭਾਂਤ ਇਸ ਗੱਲ ਤੋਂ ਜਾਣੂ ਹਾਂ ਕਿ ਇੱਕ ਦੋ ਦਿਨ ਪਹਿਲਾਂ ਇੱਕ ਕਰਮਜੀਤ ਗਿੱਲ ਨਾਂ ਦੇ ਅਖੌਤੀ ਸਿੱਖ ਵੱਲੋਂ ਕਹਿ ਸਕਦੇ ਹੋ ਕਿ ਸਮੁੱਚੀ ਕੌਮ ਨੂੰ ਵੰਗਾਰਨ ਦੇ ਵਾਸਤੇ ਦੁਬਾਰਾ ਐਸੀ ਕੋਸ਼ਿਸ਼ ਕੀਤੀ ਗਈ। ਦੁਬਾਰਾ ਕੋਸ਼ਿਸ਼ ਮੈਂ ਇਸ ਕਰਕੇ ਕਹੀ ਗਈ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਨੇ ਇਸੇ ਹੀ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਲੀਡਰ ਜਿਹੜਾ ਜਗਦੀਸ਼ ਟਾਈਟਲਰ ਹੈ, ਉਸ ਦੀ ਪਹਿਲਾਂ ਵੀ ਇਸੇ ਤਰ੍ਹਾਂ ਇਸ ਨੇ ਸਿੱਖਾਂ ਦੇ ਕਤਲੇਆਮ ਦੇ ਬਾਰੇ ਤਾਰੀਫ ਕਰਕੇ ਤੇ ਉਸ ਨੂੰ ਗੋਡ ਫਾਦਰ ਕਹਿੰਦਿਆਂ ਹੋਇਆਂ ਬਹੁਤ ਹੀ ਜਿਹੜੀਆਂ ਸੀਗੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਸੀ। ਤਾਂ ਉਸ ਤੋਂ ਬਾਅਦ ਇਸ ਨੇ ਜਿਹੜੀ ਇਹ ਦੂਜੀ ਸਿੱਖਾਂ ਨੂੰ ਵੰਗਾਰਨ ਵਾਲੀ ਕਰਤੂਤ ਕੀਤੀ ਹੈ, ਉਹਦੇ ਵਿੱਚ ਇਹੀ ਹੈ ਕਿ ਹੁਣ ਜਦੋਂ ਸਾਰੀ ਕੌਮ, ਕਿਉਂਕਿ ਇਹ ਵੇਖਣਾ ਬਹੁਤ ਜ਼ਰੂਰੀ ਹੈ ਕਿ ਜੋ ਕੁਛ ਇਸ ਵੱਲੋਂ ਕੀਤਾ ਗਿਆ ਉਦੋਂ ਸਮਾਂ ਕਿਹੜਾ ਸੀ, ਜਿਸ ਦੇ ਬਾਰੇ ਕੀਤਾ ਗਿਆ ਉਹਨਾਂ ਦਾ ਸਿੱਖਾਂ ਪ੍ਰਤੀ ਨਜ਼ਰੀਆ ਕੀ ਸੀ, ਔਰ ਜਿਸ ਧਿਰ ਦੇ ਨਾਲ ਸੰਬੰਧਿਤ ਰਾਜਸੀ ਧਿਰ ਦੇ ਨਾਲ ਸੰਬੰਧਿਤ ਇਹ ਲੋਕ ਨੇ, ਉਸ ਰਾਜਸੀ ਧਿਰ ਦੀ ਸਿੱਖ ਕੌਮ ਪ੍ਰਤੀ ਨੀਤੀ ਜਿਹੜੀ ਹੈ ਉਹ ਕਿਵੇਂ ਦੀ ਹੈ। ਸੋ ਇਹਨਾਂ ਸਾਰੇ ਸਵਾਲਾਂ ਨੂੰ ਥੋੜ੍ਹੇ ਸਮੇਂ ਦੇ ਵਿੱਚ ਵਿਚਾਰਨਾ ਤੇ ਪਵੇਗਾ, ਪਰ ਬੜੇ ਧਿਆਨ ਦੇ ਨਾਲ ਔਰ ਬੜੀ ਸੰਜੀਦਗੀ ਦੇ ਨਾਲ ਇਹਨਾਂ ਗੱਲਾਂ ਦੇ ਉੱਪਰ ਚਿੰਤਨ ਕਰਨ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਤੇ ਹੁੰਦੀ ਹੈ ਕਿ ਜਦੋਂ ਕੋਈ ਘਟਨਾਕ੍ਰਮ ਵਾਪਰਦਾ, ਉਸ ਵਰਤਾਰੇ ਦੇ ਪ੍ਰਤੀ ਸਾਨੂੰ ਇਹ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਜਿਹੜੀ ਘਟਨਾਕ੍ਰਮ ਜਾਂ ਵਰਤਾਰਾ ਵਾਪਰ ਰਿਹਾ ਹੈ, ਇਹ ਕਿਸ ਸਮੇਂ ਦੌਰਾਨ ਵਾਪਰ ਰਿਹਾ ਹੈ ਤੇ ਇਸ ਦੇ ਜਿਹੜੇ ਪ੍ਰਭਾਵ ਤੇ ਦੁਰਪ੍ਰਭਾਵ ਜਿਹੜੇ ਨੇ ਉਹ ਕੀ ਹੋਣਗੇ। ਉਹਦਾ ਕਾਰਨ ਹੈ ਕਿ ਹੁਣ ਜਦੋਂ ਸਾਰੀ ਸਿੱਖ ਕੌਮ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਗੱਲ ਜਿਹੜੀ ਸੀ ਉਹ ਬਹੁਤ ਜ਼ਿਆਦਾ ਉਭਾਰੀ ਵੀ ਗਈ, ਉਹਦੇ ਨਾਲ ਕਿਤੇ ਨਾ ਕਿਤੇ ਸਿੱਖਾਂ ਦੀਆਂ ਵੱਡੀਆਂ ਪੰਥਕ ਸਭਾਵਾਂ ਦੇ ਵਿੱਚ ਇਹ ਗੱਲ ਵੀ ਚੱਲੀ ਗਈ ਕਿ 1947 ਦੇ ਵਿੱਚ ਜਿਹੜਾ ਸਿੱਖ ਕੌਮ ਨੇ ਇੱਕ ਬਹੁਤ ਵੱਡਾ ਸੰਤਾਪ ਭੋਗਿਆ ਹੈ। ਕਿਉਂਕਿ ਇਹ ਨਹੀਂ ਹੈ ਕਿ ਦੁਨੀਆ ਦੇ ਵਿੱਚ ਦੇਸ਼ਾਂ ਦੀਆਂ ਵੰਡਾਂ ਪਹਿਲਾਂ ਨਹੀਂ ਹੋਈਆਂ, ਪਹਿਲਾਂ ਵੀ ਦੇਸ਼ਾਂ ਦੀਆਂ ਵੰਡਾਂ ਹੁੰਦੀਆਂ ਰਹੀਆਂ ਨੇ। ਧਰਤੀ ਦੇ ਟੁਕੜੇ ਕੌਮੀਅਤਾਂ ਦੇ ਆਧਾਰ ਦੇ ਉੱਪਰ ਜਾਂ ਫਿਰ ਰਾਜਸੀ ਆਧਾਰ ਦੇ ਉੱਪਰ ਵੰਡੇ ਜਾਂਦੇ ਰਹੇ ਨੇ ਤੇ ਗਾਂਹ ਵੀ ਵੰਡੇ ਜਾਂਦੇ ਰਹਿਣਗੇ। ਪਰ ਜਿਸ ਤਰ੍ਹਾਂ ਦਾ ਇਸ ਵੰਡ ਦੇ ਦੌਰਾਨ ਬੇਗੁਨਾਹ ਸਿੱਖਾਂ ਦਾ ਕਤਲੇਆਮ ਹੋਇਆ, ਖਾਸ ਕਰਕੇ ਸਿੱਖਾਂ ਦੀ ਗੱਲ ਨਹੀਂ ਬਲਕਿ ਬਹੁਤ ਥਾਵਾਂ ਦੇ ਉੱਪਰ ਮੁਸਲਮਾਨਾਂ ਦਾ, ਹਿੰਦੂਆਂ ਦਾ ਵੀ ਜਿਹੜਾ ਸੀ ਬੇਗੁਨਾਹ ਲੋਕਾਂ ਦਾ ਕਤਲੇਆਮ ਹੋਇਆ, ਔਰ ਉਸ ਕਤਲੇਆਮ ਤੋਂ ਪ੍ਰਭਾਵਿਤ ਲੋਕਾਂ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਜਿਹੜਾ ਸਿੱਖ ਕੌਮ ਦੇ ਵੱਲੋਂ ਅਰਦਾਸ ਸਮਾਗਮ ਕੀਤਾ ਜਾ ਰਿਹਾ ਸੀ, ਇਹ ਘਟਨਾ ਉਸ ਮੌਕੇ ਦੇ ਕਰੀਬ ਵਾਪਰੀ ਹੈ। ਉਸ ਦਿਨ ਦੀ ਨਹੀਂ ਹੈ, ਬੇਸ਼ੱਕ ਇੱਕ ਦੋ ਦਿਨ ਅੱਗੇ ਪਿੱਛੇ ਦੀ ਗੱਲ ਹੈ, ਪਰ ਗੱਲ ਇਹ ਹੈ ਕਿ ਉਸ ਬਹੁਤ ਵੱਡੇ ਵਰਤਾਰੇ ਦਾ ਜਿਹੜਾ ਵਾਕਿਆਤ ਦਾ ਸਮਾਂ ਉਹ ਇਸ ਘਟਨਾ ਨੂੰ ਆਪਣੇ ਕਲਾਵੇ ਦੇ ਨਾਲ ਜੋੜ ਕੇ ਵੇਖਣ ਦੇ ਵਾਸਤੇ ਮਜਬੂਰ ਜ਼ਰੂਰ ਕਰਦਾ ਹੈ। ਤੇ ਉਸ ਮੌਕੇ ਇਸ ਕਰਮਜੀਤ ਗਿੱਲ ਨਾਂ ਦੇ ਅਖੌਤੀ ਸਿੱਖ ਵੱਲੋਂ ਉਸ ਧਿਰ ਦੇ ਦੋਸ਼ੀ ਦੀ ਜਾਂ ਉਸ ਦੋਸ਼ੀ ਵਿਅਕਤੀ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਜਿਹੜਾ ਉਹ ਜਾਣਾ ਤੇ ਤਸਵੀਰ ਖਿਚਾਉਣੀ, ਉਹ ਵੀ ਦਰਬਾਰ ਸਾਹਿਬ ਦੀਆਂ ਪਰਿਕਰਮਾਵਾਂ ਦੇ ਵਿੱਚ। ਇਸ ਦੇ ਪਿਛੋਕੜ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵੈਸੇ ਤੇ ਅੱਜ ਤੋਂ ਮੇਰੇ ਖਿਆਲ 1.5-2 ਸਾਲ ਪਹਿਲਾਂ ਜਦੋਂ ਇਸ ਨੇ ਇਸੇ ਤਰ੍ਹਾਂ ਦੀ ਸਿੱਖਾਂ ਨੂੰ ਚੜਾਉਣ ਵਾਲੀ ਹਰਕਤ ਕੀਤੀ ਸੀ ਇਸੇ ਕਰਮਜੀਤ ਗਿੱਲ ਦੇ ਨਾਂ ਦੇ ਵਿਅਕਤੀ ਵੱਲੋਂ, ਤਾਂ ਇਸ ਨੂੰ ਉਦੋਂ ਵੀ ਬਾਖੂਬੀ ਜਵਾਬ ਜਿਹੜਾ ਉਹ ਦਿੱਤਾ ਗਿਆ ਸੀ। ਹੁਣ ਇਸ ਸਾਰੇ ਵਰਤਾਰੇ ਦੇ ਪਿਛੋਕੜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਿੱਖ ਕਿਹੜੇ ਦਿਹਾੜੇ ਲਈ ਆਪਣੇ ਧਾਰਮਿਕ ਤੇ ਮੁਕੱਦਸ ਸਥਾਨ ਦੇ ਉੱਪਰ ਇਕੱਠੇ ਹੋਏ ਸੀ। ਜਿਹੜੇ 1947 ਦੇ ਕਤਲੇਆਮ ਦੀ ਇੱਕ ਦਰਦ ਔਰ ਉਸ ਸੰਤਾਪ ਦੀ ਭਾਵਨਾ ਨੂੰ ਲੈ ਕੇ ਇਕੱਠੇ ਹੋਏ ਸੀ, ਜਿਸ ਵਿਅਕਤੀ ਦੀ ਤਸਵੀਰ ਟੀ-ਸ਼ਰਟ ਦੇ ਉੱਪਰ ਲਾ ਕੇ ਫੋਟੋ ਖਿਚਾਈ ਗਈ, ਉਹਦੇ ਨਾਲ ਸੰਬੰਧਿਤ ਜਿਹੜੀ ਰਾਜਸੀ ਧਿਰ ਆ ਉਹ ਸਿੱਖਾਂ ਦੇ ਕਤਲੇਆਮ ਦੇ ਵਿੱਚ ਦੋਸ਼ੀ ਦੀ ਭੂਮਿਕਾ ਰੱਖਦੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੰਡਾਂ ਤਾਂ ਹੋਰ ਵੀ ਦੇਸ਼ਾਂ ਦੀਆਂ ਹੋਈਆਂ ਤੇ ਹੁੰਦੀਆਂ ਰਹਿਣਗੀਆਂ, ਪਰ ਇਸ ਵੰਡ ਦਾ ਜਿਹੜਾ ਬਹੁਤ ਵੱਡਾ ਇਵਜ਼ਾਨਾ ਜਿਹੜਾ ਉਹ ਸਿੱਖਾਂ ਨੂੰ ਭੁਗਤਣਾ ਪਿਆ। ਦੂਸਰੀ ਗੱਲ, ਜਿਸ ਧਿਰ ਦੇ ਆਗੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਉਸ ਪਾਵਨ ਮੁਕੱਦਸ ਅਸਥਾਨ ਦੇ ਉੱਪਰ ਸਿੱਖਾਂ ਨੂੰ ਵੰਗਾਰ ਕੇ ਇਹ ਜਿਹੜੀ ਕਹਿ ਸਕਦੇ ਹੋ ਕਿ ਫੋਟੋ ਪਹਿਲਾਂ ਖਿਚਵਾਈ ਗਈ, ਫਿਰ ਉਸ ਦਾ ਵਿਖਾਵਾ ਕੀਤਾ ਗਿਆ, ਉਹੀ ਧਿਰ ਜਿਹੜੀ ਹੈ ਉਹ 1984 ਦੇ ਸੰਤਾਪ ਤੇ ਸਿੱਖ ਕੌਮ ਦੇ ਉੱਪਰ ਵਾਪਰੇ ਘੱਲੂਘਾਰੇ ਦੀ ਦੋਸ਼ੀ ਹੈ। ਉਸ ਤੋਂ ਬਾਅਦ ਇਸ ਦਾ ਇੱਕ ਪੱਖ ਵੇਖਣਾ ਹੋਰ ਵੀ ਬਹੁਤ ਜ਼ਰੂਰੀ ਹੈ ਕਿ ਜਿਸ ਵਿਅਕਤੀ ਦੀ ਟੀ-ਸ਼ਰਟਸ ਦੇ ਉੱਪਰ ਫੋਟੋ ਹੈ ਤੇ ਇਹ ਜਿਹੜਾ ਅਖੌਤੀ ਸਿੱਖ ਆਪਣੇ ਆਪ ਨੂੰ ਕਹਿ ਰਿਹਾ ਹੈ ਕਿ ਉਹ ਮੇਰਾ ਗੋਡ ਫਾਦਰ ਹੈ ਤੇ ਮੈਂ ਉਸ ਦੇ ਜਨਮ ਦਿਨ ਦੀ ਮੁਬਾਰਕਬਾਦ ਦੇਣ ਦੇ ਵਾਸਤੇ ਇੱਥੇ ਆਇਆ,
ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਦੀ ਦੇ ਇੱਕ ਕੌਮੀਅਤ ਦੀ ਨਸਲਕੁਸ਼ੀ ਦੇ ਦੋਸ਼ੀ ਧਿਰ ਦੇ ਨਾਲ ਸੰਬੰਧਿਤ ਉਹ ਰਾਜਸੀ ਵਿਅਕਤੀ ਹੈ, ਜਿਸ ਦੀ ਤਸਵੀਰ ਜਿਹੜੀ ਹੈ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਟੀ-ਸ਼ਰਟ ਦੇ ਉੱਪਰ ਜਿਹੜੀ ਹੈ ਉਹ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਸੋ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪ੍ਰਮੁੱਖ ਜਿਹੜੀ ਫਰਿਸਤ ਹੈ ਉਹਦੇ ਵਿੱਚ ਇਸ ਦੋਸ਼ੀ ਦਾ ਨਾਮ ਆਉਂਦਾ ਹੈ, ਔਰ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਉਤਸ਼ਾਹਿਤ ਕੀਤਾ, ਉਹਨਾਂ ਨੇ ਸਿੱਖਾਂ ਨੂੰ ਉਜਾੜਿਆ। ਤੇ ਹੁਣ ਦਰਬਾਰ ਸਾਹਿਬ ਦੇ ਇਸ ਸਾਰੇ ਵਰਤਾਰੇ ਦੇ ਉੱਪਰ ਇੱਕ ਸਵਾਲ ਅਗਲਾ ਪੈਦਾ ਹੁੰਦਾ ਹੈ ਕਿ ਦੋਸ਼ੀ ਕੌਣ? ਔਰ ਪੰਜਾਬ ਦੀ ਕਾਂਗਰਸ ਨੂੰ ਇਹ ਸਾਰੇ ਵਰਤਾਰੇ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਿਛਲੀ ਵਾਰ ਤੋਂ ਹੁਣ ਤੱਕ ਜਿੰਨੇ ਵੀ ਇਵੇਂ ਦਾ ਇਸ ਵਿਅਕਤੀ ਦੇ ਵੱਲੋਂ ਘਟਨਾਕ੍ਰਮ ਜਿਹੜਾ ਉਹ ਦਿੱਤਾ ਗਿਆ ਹੈ, ਉਹਦੇ ਪ੍ਰਤੀ ਪੰਜਾਬ ਦੀ ਕਾਂਗਰਸ ਨੇ ਅਜੇ ਤੱਕ ਆਪਣਾ ਜ਼ਿੰਮੇਵਾਰੀ ਵਾਲਾ ਤੇ ਸਪਸ਼ਟਤਾ ਵਾਲਾ ਜਿਹੜਾ ਰਵੱਈਆ ਉਹ ਨਹੀਂ ਅਪਣਾਇਆ। ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਇਸ ਵਿਅਕਤੀ ਦਾ ਕੀ ਅਹੁਦਾ ਹੈ, ਇਹਦੇ ਪੰਜਾਬ ਕਾਂਗਰਸ ਦੇ ਨਾਲ ਕੀ ਸੰਬੰਧ ਨੇ। ਜੇਕਰ ਇਹ ਦਿੱਲੀ ਤੋਂ ਸਿੱਧੇ ਕਿਸੇ ਕਾਂਗਰਸੀ ਜਿਹੜਾ ਖਾਸ ਕਰਕੇ ਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਹੈ ਜਾਂ ਉਹਦਾ ਹੱਥ ਠੋਕਾ ਹੈ, ਤਾਂ ਉਹਦੇ ਬਾਰੇ ਵੀ ਪੰਜਾਬ ਕਾਂਗਰਸ ਚੁੱਪ ਕਿਉਂ ਹੈ? ਦੂਸਰੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਸਰਕਾਰੀ ਸੁਰੱਖਿਆ ਜਿਹੜੀ ਹੈ ਉਹ ਕਿਉਂ ਮਿਲੀ ਹੋਈ ਹੈ? ਵੈਸੇ ਇੱਕ ਨਹੀਂ, ਵੈਸੇ ਤਾਂ ਬਹੁਤ ਸਾਰੇ ਸਿੱਖਾਂ ਦੇ ਖਿਲਾਫ ਭੌਂਕਣ ਵਾਲੇ ਇਨਵੇਂ ਦੇ ਲੋਕ ਨੇ ਜਿਹੜੇ ਭੌਂਕਦੇ ਹੀ ਇਸ ਕਰਕੇ ਨੇ ਕਿ ਉਹਨਾਂ ਨੂੰ ਸਰਕਾਰੀ ਸੁਰੱਖਿਆ ਮਿਲੇ। ਤੇ ਮਾਫ਼ ਕਰਨਾ, ਜੇਕਰ ਤੁਹਾਡੇ 'ਚ ਇੰਨਾ ਵੀ ਦਮ ਨਹੀਂ ਹੈਗਾ ਕਿ ਤੁਸੀਂ ਆਪਣੇ ਸਿਰ ਬਸਿਰ ਲੋਕਾਂ ਦੇ ਵਿੱਚ ਵਿਚਰ ਸਕਦੇ ਹੋ ਤੇ ਐਵੇਂ ਦੀਆਂ ਕਿਸੇ ਕੌਮੀਅਤ ਨੂੰ ਭੜਕਾਉਣ ਵਾਲੀਆਂ ਕਾਰਵਾਈਆਂ ਕਰਨ ਤੋਂ ਬਾਅਦ ਤੁਹਾਨੂੰ ਸੁਰੱਖਿਆ ਕਰਮੀ ਰੱਖਣੇ ਚਾਹੁੰਦੇ ਨੇ, ਜਾਂ ਫਿਰ ਤੁਹਾਨੂੰ ਸੁਰੱਖਿਆ ਕਰਮੀ ਰੱਖਣ ਦੀ ਲੋੜ ਪੈਂਦੀ ਹੈ, ਤੇ ਮੈਂ ਸੋਚਦਾ ਕਿ ਫਿਰ ਇਹ ਤੁਹਾਡਾ ਜਿਹੜਾ ਜੀਵਨ ਹੈ ਉਹ ਲਾਹਨਤ ਦੇ ਬਰਾਬਰ ਹੈ। ਜੇ ਤਾਂ ਕਿਸੇ ਨੂੰ ਵੰਗਾਰਨਾ ਹੈ ਤੇ ਫਿਰ ਆਪਣੇ ਸਿਰ ਦੇ ਉੱਪਰ ਵੰਗਾਰੋ। ਸਰਕਾਰੀ ਗਨਮੈਨ ਵੀ ਲਈ ਫਿਰਨੇ ਤੇ ਦੂਜੇ ਪਾਸੇ ਇੱਕ ਕੌਮੀਅਤ ਨੂੰ ਗਾਲਾਂ ਕੱਢਣੀਆਂ, ਇਹ ਕੋਈ ਮਰਦਾਂ ਵਾਲੀ ਗੱਲ ਤਾਂ ਨਹੀਂ ਹੈਗੀ। ਸੋ ਕਾਂਗਰਸ ਜਿਹੜੀ ਹੈ ਉਹ ਇਸ ਪ੍ਰਤੀ ਫੈਸਲਾ ਲੈਣ ਤੋਂ ਮਜਬੂਰ ਕਿਉਂ ਹੈ? ਇੱਥੇ ਕਾਂਗਰਸ ਜਵਾਬਦੇਹ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਸਿੱਖਾਂ ਦਾ ਵੋਟ ਬੈਂਕ ਪੱਕਾ ਕੀਤਾ ਜਾ ਰਿਹਾ। ਕਾਂਗਰਸ ਆਪਣਾ ਪੱਖ ਸਪਸ਼ਟ ਕਰੇ ਕਿ ਕਾਂਗਰਸ ਨੇ ਇਸ ਦੇ ਖਿਲਾਫ ਕਾਰਵਾਈ ਕਰਨੀ ਹੈ। ਹਾਈ ਕੋਰਟ ਦੇ ਮਾਫ਼ ਕਰਨਾ, ਜਿਹੜੀ ਇਹਨਾਂ ਦੀ ਸੁਪਰੀਮ ਕੌਂਸਲ ਹੈ ਕਾਂਗਰਸ ਦੀ, ਜਾਂ ਜਿਹੜੀ ਵੀ ਇਹਨਾਂ ਦੀ ਹਾਈ ਕਮਾਂਡ ਹੈ, ਉਹਦੇ ਵਿੱਚ ਇਸ ਮੁੱਦੇ ਨੂੰ ਚੁੱਕ ਕੇ ਅਜਿਹੇ ਲੋਕਾਂ ਦੇ ਖਿਲਾਫ ਜਿਹੜੇ ਪੰਜਾਬ ਦੇ ਵਿੱਚ ਸਿੱਖਾਂ ਦੇ ਹੀ ਧਾਰਮਿਕ ਤੇ ਮੁਕੱਦਸ ਸਥਾਨ ਦੇ ਉੱਪਰ ਆ ਕੇ ਭਾਵਨਾਵਾਂ ਭੜਕਾ ਰਹੇ ਨੇ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ। ਜਾਂ ਫਿਰ ਕਾਂਗਰਸ ਨੇ ਪੂਰੀ ਤਰ੍ਹਾਂ ਦੇ ਨਾਲ ਸਿੱਖ ਧਰਮ ਦੇ ਵਿਰੋਧੀਆਂ ਦੇ ਹੱਕ ਦੇ ਵਿੱਚ ਖੜੇ ਹੋਣਾ। ਬੇਸ਼ੱਕ ਇੱਕ ਗੱਲ ਹੋਰ ਵੇਖਣ ਵਾਲੀ ਹੈ ਕਿ ਅਕਾਲੀ ਦਲ ਇਸ ਮੁੱਦੇ ਦੇ ਉੱਪਰ ਇੱਕ ਬਹੁਤ ਵੱਡੀ ਲਹਿਰ ਖੜੀ ਕਰ ਸਕਦਾ ਸੀ, ਕਿਉਂਕਿ ਜੇਕਰ ਅਜਿਹੀ ਘਟਨਾ, ਜਰਾ ਇਸ ਨੂੰ ਸੰਜੀਦਗੀ ਦੇ ਨਾਲ ਸਮਝਣ ਦਾ ਯਤਨ ਕਰਿਓ, ਜੇਕਰ ਅਜਿਹੀ ਘਟਨਾ ਕਿਸੇ ਹੋਰ ਧਰਮ ਦੇ ਵਿੱਚ ਜਾਂ ਉਹਨਾਂ ਦੇ ਧਰਮ ਅਸਥਾਨ ਦੇ ਵਿੱਚ ਵਾਪਰੀ ਹੁੰਦੀ ਤਾਂ ਫਿਰ ਵੇਖੋ ਹਾਲਾਤ ਕੀ ਹੁੰਦੇ। ਭਾਵੇਂ ਕਿ ਮੈਂ ਇਹ ਵੀ ਮੰਨਦਾ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੇ ਤਰ੍ਹਾਂ ਦੇ ਨਾਲ ਅਸੀਂ ਦੋਸ਼ੀ ਨਹੀਂ ਠਹਿਰਾ ਸਕਦੇ, ਪਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਤੋਂ ਮੁਕਤ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੀਆਂ ਕੁਝ ਕਮਜ਼ੋਰੀਆਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨ ਨਾਲ ਵੀ ਭਵਿੱਖ ਦੇ ਵਿੱਚ ਸਾਡੇ ਲਈ ਘਾਤਕ ਹੋਵੇਗਾ। ਦਰਬਾਰ ਸਾਹਿਬ ਦੇ ਅੰਦਰ VIP ਕਲਚਰ ਕਿਉਂ? ਇਹ ਸਭ ਤੋਂ ਅਹਿਮ ਸਵਾਲ ਹੈ, ਕਿਉਂਕਿ ਮੈਂ ਕੁਝ ਡੇਰੇ ਵੇਖੇ ਨੇ, ਹੁਣ ਤਾਂ ਉਹਨਾਂ ਦੇ ਪਤਾ ਨਹੀਂ ਕੀ ਹਾਲਾਤ ਹੋਣਗੇ, ਪਰ ਕਿਸੇ ਸਮੇਂ ਉਹਨਾਂ ਡੇਰਿਆਂ ਦੇ ਵਿੱਚ ਵੀ ਕੋਈ ਆਗੂ ਜਾਵੇ ਤੇ ਆਪਣੀ ਸੁਰੱਖਿਆ ਛਤਰੀ ਜਿਹੜੀ ਆ ਉਹ ਨਾਲ ਲੈ ਕੇ ਨਹੀਂ ਜੀ ਜਾ ਸਕਦਾ। ਹੁਣ ਜੇ ਕੋਈ ਆਗੂ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਆਉਂਦਾ ਹੈ ਤੇ ਉਹ ਭਾਵੇਂ ਵਰਦੀ ਦੇ ਵਿੱਚ ਤੇ ਭਾਵੇਂ ਸਿਵਲ ਦੇ ਵਿੱਚ ਆਪਣੇ ਸੁਰੱਖਿਆ ਕਰਮੀ ਨਾਲ ਕਿਉਂ ਲੈ ਕੇ ਆਉਂਦਾ ਹੈ? ਔਰ ਇਹਦੇ ਵਾਸਤੇ ਇਹ ਨਹੀਂ ਹੈ ਕਿ ਪ੍ਰਬੰਧ ਨਹੀਂ ਹੋ ਸਕਦਾ। ਠੀਕ ਹੈ, ਜੇ ਕਿਸੇ ਵਿਅਕਤੀ ਨੂੰ ਆਪਣੀ ਸੁਰੱਖਿਆ ਦਾ ਖਤਰਾ ਹੈ ਤਾਂ ਉਸ ਦਾ ਪ੍ਰਬੰਧ ਹੋ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੱਡੀ ਗਿਣਤੀ ਵਿੱਚ ਟਾਸਕ ਫੋਰਸ ਹੈ, ਉਹਨਾਂ ਨੂੰ ਆਧੁਨਿਕ ਛੋਟੇ ਹਥਿਆਰ ਜਿਹੜੇ ਨਜ਼ਰ ਵੀ ਨਾ ਆਉਣ, ਇਵੇਂ ਦੇ ਹਥਿਆਰ ਜਿਹੜੇ ਨੇ ਉਹਨਾਂ ਨੂੰ ਲਾਇਸੈਂਸ ਲੈ ਕੇ ਦਿੱਤੇ ਜਾ ਸਕਦੇ ਨੇ। ਤੇ ਜਿਸ ਵਿਅਕਤੀ ਨੂੰ ਸੁਰੱਖਿਆ ਦੀ ਲੋੜ ਹੈ ਉਹ SGPC ਦੇ ਉਸ ਜਿਹੜਾ ਟਾਸਕ ਫੋਰਸ ਦਾ ਇੰਚਾਰਜ ਹੋਵੇ, ਉਹਦੇ ਨਾਲ ਸੰਪਰਕ ਕਰੇ ਕਿ ਦਰਬਾਰ ਸਾਹਿਬ ਦੇ ਅੰਦਰ ਅਸੀਂ ਬਾਹਰੋਂ ਕਿਸੇ ਸੁਰੱਖਿਆ ਕਰਮੀ ਨੂੰ ਨਹੀਂ ਆਉਣ ਦੇਵਾਂਗੇ। ਕਿਉਂਕਿ ਜਦੋਂ ਇਵੇਂ ਦੇ ਲੋਕ, ਜਿਸ ਤਰ੍ਹਾਂ ਇਹ ਹੁਣ ਕਰਮਵੀਰ ਗਿੱਲ ਨਾਮ ਦਾ ਇਹ ਵਿਅਕਤੀ ਜਿਹੜਾ ਆਇਆ, ਜਦੋਂ ਇਵੇਂ ਦੇ ਲੋਕ ਆਪਣੇ ਨਾਲ ਸੁਰੱਖਿਆ ਕਰਮਚਾਰੀ ਲੈ ਕੇ ਆਉਂਦੇ ਨੇ ਤੇ ਆਮ ਲੋਕ ਜਿਹੜੇ ਹੁੰਦੇ ਨੇ ਉਹ ਇਹਨਾਂ ਤੋਂ ਥੋੜ੍ਹੇ ਭੈਭੀਤ ਵੀ ਹੁੰਦੇ ਨੇ ਕਿਤੇ ਨਾ ਕਿਤੇ, ਤੇ ਇਹਨਾਂ ਦੇ ਖਿਲਾਫ ਇੱਕਦਮ ਅਜਿਹੇ ਵਰਤਾਰੇ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਂਦੇ। ਸੋ ਦਰਬਾਰ ਸਾਹਿਬ ਦੀ ਜਿੱਥੋਂ ਤੱਕ ਇਸ ਸਾਰੇ ਵਰਤਾਰੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਥੋੜ੍ਹੀ ਜਿਹੀ ਮੈਂ ਕਹਿ ਸਕਦਾ ਕਿ ਜ਼ਿੰਮੇਵਾਰੀ ਬਣ ਜਾਂਦੀ ਹੈ
ਉੱਥੇ ਅਹਿਮ ਗੱਲ ਇਹ ਹੈ ਕਿ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਾਸਤੇ ਇੱਕ ਮੈਨੇਜਰ ਹੈ, 3-4 ਇੰਚਾਰਜ ਨੇ, 50 ਤੋਂ ਵੱਧ ਬੰਦਿਆਂ ਦੀ ਟਾਸਕ ਫੋਰਸ ਹੈ ਜਿਹੜੀ ਹਰ ਵੇਲੇ ਉੱਥੇ ਹਾਜ਼ਰ ਹੁੰਦੀ ਹੈ। ਸੀਸੀਟੀਵੀ ਕੈਮਰਿਆਂ ਦੇ ਵਿੱਚ ਜਿਹੜੀ ਬੈਠਣ ਵਾਲੀ ਟੀਮ ਹੈ ਉਹਨਾਂ ਨੂੰ ਬਹੁਤ ਚੌਕਸ ਰਹਿਣਾ ਪਵੇਗਾ, ਕਿਉਂਕਿ ਪਹਿਲਾਂ ਜਦੋਂ ਇਹ ਫੋਟੋ ਮੀਡੀਆ ਦੇ ਵਿੱਚ ਆਈ ਤਾਂ ਬਹੁਤ ਸਾਰੇ ਚੈਨਲਾਂ ਨੇ ਜਦੋਂ ਪਾਈ ਤਾਂ ਬਹੁਤ ਸਾਰੇ ਲੋਕਾਂ ਦੇ ਥੱਲੇ ਕਮੈਂਟ ਸੀਗੇ ਕਿ ਹੋ ਸਕਦਾ ਇਸ ਫੋਟੋ ਨੂੰ ਐਡਿਟ ਕੀਤਾ ਹੋਵੇ। ਤੇ ਸੱਚਮੁੱਚ ਹੀ ਜੇਕਰ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਸਾਰਾ ਵਰਤਾਰਾ ਸਾਹਮਣੇ ਨਾ ਆਉਂਦਾ ਤੇ ਸਿੱਖਾਂ ਨੂੰ ਭੜਕਾਉਣ ਵਾਲੇ ਜਾਂ ਫਿਰ ਸਿੱਖਾਂ ਦੇ ਮੁਕੱਦਸ ਸਥਾਨ ਦੇ ਆ ਕੇ ਸਿੱਖਾਂ ਨੂੰ ਮੰਗਾਰਨ ਵਾਲੇ ਇਸ ਵਿਅਕਤੀ ਦੀ ਜਿਹੜੀ ਇਹ ਸਾਰੀ ਕਰਤੂਤ ਹੈ ਉਹ ਐਡੀਟਿੰਗ ਫੋਟੋ ਦੇ ਮਸਲੇ ਦੇ ਵਿੱਚ ਦੱਬ ਕੇ ਰਹਿ ਜਾਣੀ ਸੀ। ਇਹ ਗੱਲ ਠੀਕ ਹੈ ਕਿ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਹ ਫੁਟੇਜ ਜਿਹੜੀ ਸੀ ਸਾਹਮਣੇ ਆ ਗਈ ਕਿ ਉਹ ਆਟਾ ਮੰਡੀ ਵਾਲੇ ਪਾਸਿਓਂ ਆਇਆ, ਉਸਨੇ ਦਰਬਾਰ ਸਾਹਿਬ ਦੇ ਪਾਵਨ ਸਥਾਨ ਦੇ ਜਾ ਕੇ ਦਰਸ਼ਨ ਦੀਦਾਰ ਵੀ ਨਹੀਂ ਕੀਤੇ, ਉਹ ਸਿੱਖਾਂ ਨੂੰ ਭੜਕਾਉਣ ਦੇ ਵਾਸਤੇ ਜਾਂ ਅਜਿਹੀ ਕਰਤੂਤ ਕਰਨ ਵਾਸਤੇ ਹੀ ਆਇਆ ਸੀ। ਪਰ ਜੇਕਰ ਸੀਸੀਟੀਵੀ ਕੈਮਰਿਆਂ ਦੇ ਉੱਪਰ ਬੈਠੇ ਸਾਡੇ ਵੀਰ ਜ਼ਿਆਦਾ ਚੌਕਸ ਹੁੰਦੇ ਤੇ ਜਿਹੜਾ ਵਰਤਾਰਾ ਵਾਪਰ ਰਿਹਾ ਹੈ ਉਹਦੇ ਪ੍ਰਤੀ ਉਹ ਉਦੋਂ ਹੀ ਉੱਥੇ ਬਾਜ਼ ਅੱਖ ਰੱਖਦੇ ਤਾਂ ਅਜਿਹੇ ਵਿਅਕਤੀਆਂ ਨੂੰ ਉੱਥੇ ਹੀ ਫੜ ਕੇ ਸਾਰੀ ਜਿਹੜੀ ਸਾਜ਼ਿਸ਼ ਹੈ ਉਸ ਨੂੰ ਜਿਹੜਾ ਸੀਗਾ ਉਹ ਨੰਗਾ ਕੀਤਾ ਜਾ ਸਕਦਾ ਸੀ, ਕਿਉਂਕਿ ਇਹ ਵਿਅਕਤੀ ਵੀ ਜਿਸ ਤਰ੍ਹਾਂ ਮੈਂ ਕਿਹਾ ਸੁਰੱਖਿਆ ਕਰਮੀ ਲੈ ਕੇ ਆਇਆ ਤੇ ਜਦੋਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਨਜ਼ਰ ਆ ਰਿਹਾ ਹੋਵੇ ਕਿ ਕੋਈ ਖਾਸ ਵਿਅਕਤੀ 2-3 ਵਰਦੀਧਾਰੀ ਸੁਰੱਖਿਆ ਕਰਮੀਆਂ ਦੇ ਨਾਲ ਆ ਰਿਹਾ ਹੈ ਤਾਂ ਕਿਤੇ ਨਾ ਕਿਤੇ ਉੱਥੇ ਜਿਹੜੀ ਇਹ ਸੀਸੀਟੀਵੀ ਕੈਮਰਿਆਂ ਦੇ ਉੱਪਰ ਨਜ਼ਰ ਰੱਖਣ ਵਾਲੀ ਜਿਹੜੀ ਟੀਮ ਹੈ ਇਹਨੂੰ ਬਹੁਤ ਚੌਕਸ ਹੋ ਜਾਣਾ ਚਾਹੀਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਦੀਆਂ ਘਟਨਾਵਾਂ ਨਾ ਵਾਪਰਨ ਇਹਦੇ ਵਾਸਤੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਵੀ ਜਿਹੜੇ ਮਜ਼ਬੂਤ ਪ੍ਰਬੰਧ ਕਰਨੇ ਪੈਣਗੇ। ਪਰ ਇਸ ਵੇਲੇ ਇੱਕ ਮੁੱਦਾ ਬੜਾ ਅਹਿਮ ਹੈ ਕਿ ਸਿੱਖਾਂ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਆਪਸੀ ਧੜੇਬੰਦੀ ਤੋਂ ਮੁਕਤ ਹੋ ਕੇ ਅਜਿਹੇ ਲੋਕਾਂ ਨੂੰ ਹੱਥ ਕਿਵੇਂ ਪਾਉਣਾ, ਇਹ ਬਹੁਤ ਜ਼ਰੂਰੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।